ਜਿਹੜਾ ਪੰਜਾਬ ਦਾ ਹੁਣ ਦਾ ਨੌਜਵਾਨ ਹੈ ਨਾ, ਉਹਦੇ ਮਨ 'ਚ ਕਿਤੇ ਨਾ ਕਿਤੇ ਡਰ ਹੈ, ਉਹਦੇ ਮਨ 'ਚ ਵਹਿਮ ਹੈ ਕਿ ਹੱਕਾਂ ਦੀ ਗੱਲ ਕਰਨੀ ਇਹ ਇਲੀਗਲ ਹੈ, ਸਿਸਟਮ ਦੇ ਖਿਲਾਫ ਜਾਣਾ ਇਹ ਇਲੀਗਲ ਹੈ। ਹੱਕ ਦੀ ਗੱਲ ਕਰਨੀ ਕਿਤੇ ਇਲੀਗਲ ਹੋ ਸਕਦੀ ਹੈ, ਜੁਰਮ ਹੋ ਸਕਦਾ। ਜੇ ਇਹ ਜੁਰਮ ਹੈ ਤੇ ਫਿਟੇ ਮੂੰਹ ਇਹੋ ਜਿਹੇ ਦੇਸ਼ ਦਾ, ਇਹੋ ਜਿਹੀ ਸੁਸਾਇਟੀ ਦਾ, ਇਹੋ ਜਿਹੇ ਸਿਸਟਮ ਦਾ। ਸਾਨੂੰ ਜਿੰਨਾ ਚਿਰ ਟੋਪੀ ਪੱਗ ਤੇ ਬੋਦੀ ਦੇਸਦੀ ਰਹੀ ਨਾ, ਅਸੀਂ ਇੱਕ ਨਹੀਂ ਹੋ ਸਕਦੇ। ਇੰਨੇ ਕੁ ਰੋਸ਼ਨ ਜ਼ਮੀਰ ਹੋ ਜਾਓ ਕਿ ਤੁਸੀਂ ਆਪਣੀ ਗੱਲ ਵਰਲਡ ਪੋਲਿਟਿਕਸ ਵਿੱਚ ਰੱਖੋ, ਆਪਣੀ ਗੱਲ UNO ਦੇ ਵਿੱਚ ਜਾ ਕੇ ਰੱਖੋ। ਕਿਉਂ ਨਾ ਤੁਹਾਡੀਆਂ ਮੰਗਾਂ ਪੂਰੀਆਂ ਹੋਣਗੀਆਂ, ਸਾਡੇ 'ਚ ਘਾਟ ਹੈ ਯਾਰ। ਅਸੀਂ ਬੇਵਕੂਫ ਹਾਂ, ਅਸੀਂ ਲੋਕਾਂ ਦੀਆਂ ਗੱਲਾਂ ਪਿੱਛੇ ਲੱਗਦੇ ਹਾਂ। ਸਹਿਣ ਸ਼ਕਤੀ ਆਪਣੀ ਵਧਾਓ, ਆਪਣੇ ਅੰਦਰ ਇੰਨੀ ਕੁ ਦ੍ਰਿੜਤਾ ਲੈ ਕੇ ਆਓ ਕਿ ਨਿੱਕੀਆਂ ਗੱਲਾਂ ਤੁਹਾਨੂੰ ਹਿਲਾ ਨਾ ਸਕਣ। ਇਕੱਠੇ ਹੋ ਕੇ ਚੱਲਣ ਦੀ ਆਦਤ ਪਾਓ। ਆਪਣੇ ਆਪ ਨੂੰ ਇੰਨਾ ਕੁ ਸਮਝਾ ਕੇ ਰੱਖੋ ਕਿ ਉਹ ਵਿਤਕਰਾ ਪਾਉਣਾ ਚਾਹੁੰਦੇ ਨੇ ਪਰ ਤੁਸੀਂ ਪੈਣ ਨਹੀਂ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕੁਮ, ਨਮਸਤੇ। ਮੇਰੀ ਬੇਨਤੀ ਇਹ ਆ, ਮੈਂ ਹੁਣੇ ਨਾ ਥੋੜੀ ਦੇਰ ਪਹਿਲਾਂ ਦੇਖ ਰਿਹਾ ਸੀਗਾ ਕਿ ਇੱਥੇ ਬੋਤਲਾਂ ਬਹੁਤ ਖਿਲ ਰਹੀਆਂ ਹੋਈਆਂ ਪਰ ਕੋਈ ਵੀ ਨੌਜਵਾਨ ਪਹਿਲ ਕਦਮੀ ਕਰ ਨਹੀਂ ਰਿਹਾ ਉਹਨਾਂ ਨੂੰ ਚੁੱਕਣ ਵਾਸਤੇ। ਇਹ ਗੱਲ ਸੋਚਣ ਦੀ ਦੇਰ ਸੀ ਕਿ ਮੁਹਿੰਮ ਸ਼ੁਰੂ ਹੋ ਗਈ। ਕਈ ਵਾਰੀ ਕੁਦਰਤ ਤੁਹਾਨੂੰ ਥਾਟ ਦਿੰਦੀ ਹੈ ਤੇ ਥਾਟ ਤੋਂ ਬਾਅਦ ਨਾਲ ਹੀ ਉਹਦੇ ਉੱਤੇ ਕੰਮ ਸ਼ੁਰੂ ਹੋ ਜਾਂਦਾ ਹੈ। ਸੋ ਇਦਾਂ ਦਾ ਥਾਟ ਪ੍ਰੋਸੈਸ ਸਾਰੇ ਲੈ ਕੇ ਚੱਲੋ। ਪਹਿਲ ਕਦਮੀ ਇਹ ਨਹੀਂ ਸੋਚਣਾ ਕਿ ਉਹ ਕਰੇ ਉਹ ਕਰੇ। ਜੇ ਇਹ ਤਾਂ ਸੋਚਦੇ ਰਹੇ ਹਾਂ, ਪਿਛਲੇ 60 ਸਾਲ ਲੰਘ ਗਏ ਸਾਨੂੰ, ਇਸੇ ਚੱਕਰ 'ਚ ਤਾਂ ਮਰੇ ਅਸੀਂ, ਕਿਉਂਕਿ ਸੋਚਦੇ ਰਹੇ ਵੀ ਉਹ ਕਰ ਲੂਗਾ ਜਾਂ ਉਹ ਕਰ ਲੂਗਾ। ਅਸੀਂ ਆਪ ਨਹੀਂ ਕੀਤਾ। ਅਸੀਂ ਜੇ ਕੋਈ ਵੀ ਮਸਲਾ ਤੁਸੀਂ ਲਾ ਲਓ, ਚਾਹੇ ਸ਼੍ਰੋਮਣੀ ਕਮੇਟੀ ਦਾ ਲਾ ਲਓ, ਚਾਹੇ ਸਿੱਖ ਸਿਆਸਤ ਦਾ ਲਾ ਲਓ, ਚਾਹੇ ਪੰਜਾਬ ਦੀ ਸਿਆਸਤ ਦਾ ਲਾ ਲਓ, ਸਾਨੂੰ ਲੱਗਿਆ ਸਾਨੂੰ ਕੀ, ਸਾਡਾ ਕੀ ਵਾਹ ਵਾਸਤਾ ਹੈ। ਪਰ ਕੰਗ੍ਰੈਚੁਲੇਸ਼ਨਸ ਟੂ ਯੂ ਕਿ ਅੱਜ ਐਟਲੀਸਟ ਅਸੀਂ ਇੱਕ ਮੁੱਦੇ ਦੇ ਉੱਤੇ ਇਕੱਠੇ ਹਾਂ। ਬਹੁਤ ਸ਼ਲਾਘਾਯੋਗ ਕਦਮ ਹੈ ਕਿ ਇਹ ਮਸਲਾ ਨਾ ਕਿਸੇ ਜਾਤੀ ਦਾ ਹੈ, ਨਾ ਕਿਸੇ ਧਰਮ ਦਾ ਹੈ, ਇਹ ਸਾਂਝੇ ਪੰਜਾਬ ਦਾ ਮਸਲਾ ਹੈ। ਆਪਾਂ ਹੁਣ ਤੱਕ ਇਸੇ ਕਰਕੇ ਹੀ ਇਹ ਸੰਤਾਪ ਭੋਗਿਆ ਕਿਉਂਕਿ ਸਾਡੇ ਦਿਮਾਗ 'ਚ ਕਿਤੇ ਨਾ ਕਿਤੇ ਪਾਤਾ ਕਿ ਯਾਰ ਆ ਤਾਂ ਟੀਚਰਾਂ ਦਾ ਮਸਲਾ ਹੈ, ਸਾਨੂੰ ਕੀ, ਆ ਤਾਂ ਹਿੰਦੂਆਂ ਦਾ ਮਸਲਾ ਹੈ, ਸਾਨੂੰ ਕੀ, ਆ ਸਿੱਖਾਂ ਦਾ ਮਸਲਾ ਹੈ, ਸਾਨੂੰ ਕੀ। ਅਸੀਂ ਇਹ ਨਹੀਂ ਸਮਝਿਆ ਕਿ ਉਹ ਵੀ ਸਾਡੇ ਨੇ, ਉਹ ਸਾਡੇ ਵਿੱਚੋਂ ਹੀ ਨੇ। ਅਸੀਂ ਇਹ ਗੱਲ ਤੋਂ ਕੋਸਾਂ ਦੂਰ ਬੈਠੇ ਰਹੇ। ਪਰ ਵਧੀਆ ਗੱਲ ਇਹ ਕਿ ਅਸੀਂ ਅੱਜ ਇਕੱਠੇ ਹਾਂ। ਹਮੇਸ਼ਾ ਹੀ ਇਹ ਗੱਲ ਹੋਈ ਹੈ ਕਿ ਸਾਡੇ ਵਿੱਚ ਵਿਤਕਰਾ ਪਾ ਕੇ ਉਹਨਾਂ ਨੇ ਤਮਾਸ਼ਾ ਦੇਖਿਆ, ਸੋ ਉਸ ਵਿਤਕਰੇ ਤੋਂ ਬਚਣ ਦੀ ਲੋੜ ਹੈ। ਮੈਂ ਇੱਥੇ ਗੱਲ ਕਰਦਾ ਅਨੰਦਪੁਰ ਸਾਹਿਬ ਦੇ ਮਤੇ ਦੀ। ਕੀ ਤੁਸੀਂ ਇੰਨੇ ਨੌਜਵਾਨ ਬੈਠੇ ਹੋ, 18 ਮਤੇ ਪੜ੍ਹੇ ਨੇ ਤੁਸੀਂ? ਸਾਰੇ ਨੇ ਪੜ੍ਹੇ ਨੇ? ਜਿਨ੍ਹਾਂ ਨੇ ਪੜ੍ਹੇ ਨੇ ਹੱਥ ਖੜੇ ਕਰਿਓ। ਭਾਜੀ ਉਹਨਾਂ ਨੇ ਹੱਥ ਖੜਾ ਕੀਤਾ। ਦੇਖੋ ਰੇਸ਼ੋ ਦੇਖੋ ਕਿੰਨੇ ਘੱਟ ਲੋਕਾਂ ਨੇ ਪੜ੍ਹੇ ਨੇ। ਕਿਉਂ ਨਹੀਂ ਪੜ੍ਹੇ ਅਸੀਂ? ਕਿਉਂਕਿ ਸਾਨੂੰ ਇਹ ਲੱਗਦਾ ਰਿਹਾ ਕਿ ਸ਼ਾਇਦ ਦੇਰ ਇਜ਼ ਸਮਥਿੰਗ ਇਲੀਗਲ। ਜਿਹੜਾ ਪੰਜਾਬ ਦਾ ਹੁਣ ਦਾ ਨੌਜਵਾਨ ਹੈ ਨਾ, ਉਹਦੇ ਮਨ 'ਚ ਕਿਤੇ ਨਾ ਕਿਤੇ ਡਰ ਹੈ, ਉਹਦੇ ਮਨ 'ਚ ਵਹਿਮ ਹੈ ਕਿ ਹੱਕਾਂ ਦੀ ਗੱਲ ਕਰਨੀ ਇਹ ਇਲੀਗਲ ਹੈ, ਸਿਸਟਮ ਦੇ ਖਿਲਾਫ ਜਾਣਾ ਇਹ ਇਲੀਗਲ ਹੈ। ਹੱਕ ਦੀ ਗੱਲ ਕਰਨੀ ਕਿਤੇ ਇਲੀਗਲ ਹੋ ਸਕਦੀ ਹੈ, ਜੁਰਮ ਹੋ ਸਕਦਾ। ਜੇ ਇਹ ਜੁਰਮ ਹੈ ਤੇ ਫਿਟੇ ਮੂੰਹ ਇਹੋ ਜਿਹੇ ਦੇਸ਼ ਦਾ, ਇਹੋ ਜਿਹੀ ਸੁਸਾਇਟੀ ਦਾ, ਇਹੋ ਜਿਹੇ ਸਿਸਟਮ ਦਾ। ਸਿੱਧੇ ਤੌਰ ਤੇ ਮੈਂ ਲਾਂਤ ਪਾਉਣਾ ਇਹੋ ਜਿਹੇ ਸਿਸਟਮ ਤੇ ਜਿਹੜਾ ਤੁਹਾਨੂੰ ਤੁਹਾਡੇ ਹੱਕ ਦੇਣ ਤੇ ਗਰੇਜ਼ ਕਰਦਾ। ਪਹਿਲੀ ਗੱਲ, ਆਪਣੇ ਦਿਮਾਗਾਂ ਨੂੰ ਰੋਸ਼ਨ ਕਰੋ, ਆਪਣੇ ਜ਼ਮੀਰਾਂ ਨੂੰ ਰੋਸ਼ਨ ਕਰੋ। ਜਾਗੋ ਤੇ ਸਮਝੋ ਹੱਕ ਕਿੱਥੇ ਖੋਏ ਗਏ ਨੇ ਤੇ ਲੈਣੇ ਕਿੱਦਾਂ। ਆ ਮੇਰਾ ਮੁਸਲਮਾਨ ਭਰਾ ਖੜਾ ਹੈ, ਮੈਨੂੰ ਮੁਹੱਬਤ ਹੁੰਦੀ ਹੈ ਇਹਨਾਂ ਨਾਲ, ਇਹਨਾਂ ਨੂੰ ਦੇਖਦਾ ਹੈ। ਉਸਮਾਨ ਸਾਹਿਬ ਇੱਥੇ ਨੇ, ਜੇ ਚਲੇ ਗਏ, ਉਸਮਾਨ ਸਾਹਿਬ ਪਿੱਛੇ ਨੇ। ਉਸਮਾਨ ਸਾਹਿਬ ਨੂੰ ਜਦੋਂ ਮੈਂ ਪਹਿਲੀ ਵਾਰ ਮਿਲਿਆ ਤਾਂ ਐਂ ਜੀ ਕਰਦਾ ਸੀ ਵੀ ਮੈਂ ਜੱਫੀ ਖੋਲਾਂ ਨਾ ਯਾਰ, ਇਸ ਬੰਦੇ ਨਾਲ ਗੱਲ ਲੱਗਾ ਰਵਾਂ, ਕਿਉਂਕਿ ਸਪਿਰਿਚੁਅਲਿਜ਼ਮ ਦੀ ਗੱਲ ਕਰਦੇ ਨੇ, ਇਕਤਾ ਦੀ ਗੱਲ ਕਰਦੇ ਨੇ। ਸਾਨੂੰ ਜਿੰਨਾ ਚਿਰ ਟੋਪੀ ਪੱਗ ਤੇ ਬੋਦੀ ਦੇਸਦੀ ਰਹੀ ਨਾ, ਅਸੀਂ ਇੱਕ ਨਹੀਂ ਹੋ ਸਕਦੇ। ਹੁਣ ਵੀ ਜਿਸ ਮੁੱਦੇ ਤੇ ਅਸੀਂ ਇਕੱਠੇ ਹੋਏ, ਇੱਥੇ ਇਹ ਕਿਹਾ ਗਿਆ ਕਿ ਇਹ ਹਿੰਦੂ ਵਿਰੋਧੀ ਹੈ। ਮੇਰੇ ਹਿੰਦੂ ਵੀਰ ਬੈਠੇ ਹੋਣਗੇ ਇੱਥੇ, ਤੁਹਾਨੂੰ ਲੱਗਿਆ ਕਿਤੇ ਹਿੰਦੂ ਵਿਰੋਧੀ ਹੈ? ਆਪਣੇ ਹੋਣ ਦਾ, ਇੱਥੇ ਬੈਠੇ ਹੋਣ ਦਾ, ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਂਦੇ ਹੋਏ ਮੈਨੂੰ ਦੱਸੋ, ਤੁਹਾਨੂੰ ਲੱਗਿਆ ਕਿ ਅਸੀਂ ਤੁਹਾਡੇ ਨਾਲ ਵਿਤਕਰਾ ਕੀਤਾ ਹੈ ਕਿਤੇ? ਹੈ ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਇਸ ਗੱਲ ਨੂੰ ਬਾਰ-ਬਾਰ ਮੈਂ ਕਹਿੰਦਾ ਕਿ ਤੁਹਾਨੂੰ ਵੰਡ ਕੇ ਤਮਾਸ਼ਾ ਦੇਖਦੇ ਨੇ, ਚਾਹੁੰਦੇ ਨੇ ਕਿ ਤੁਸੀਂ ਆਪਸ ਦੇ ਵਿੱਚ ਲੜੋ, ਕਿਉਂਕਿ ਤੁਹਾਡੇ ਲੜਨ ਨਾਲ ਉਹਨਾਂ ਦੇ ਬਹੁਤ ਵੱਡੇ ਫਾਇਦੇ ਨੇ। ਜਦੋਂ ਵੀ ਕੋਈ ਸਟੇਟ ਅੰਡਰ ਟੈਰਰਿਜ਼ਮ ਹੁੰਦੀ ਹੈ, ਸੈਂਟਰ ਦੇ ਬਹੁਤ ਸਾਰੇ ਕਰਜ਼ੇ ਮਾਫ ਹੋ ਜਾਂਦੇ ਨੇ ਵਰਲਡ ਬੈਂਕ ਤੋਂ। ਇਸ ਗੱਲ ਨੂੰ ਦਿਮਾਗ 'ਚ ਰੱਖੋ।
ਸੋ ਇਸ ਕਰਕੇ ਬੰਦੂਕ ਨੂੰ, ਸੋਟੇ ਨੂੰ ਹੱਥ ਪਾਉਣ ਤੋਂ ਪਹਿਲਾਂ ਕਿਤਾਬ ਨੂੰ ਹੱਥ ਪਾਉਣਾ, ਕਲਮ ਨੂੰ ਹੱਥ ਪਾਉਣਾ ਸਿੱਖੋ। ਇੰਨੇ ਕੁ ਰੋਸ਼ਨ ਜ਼ਮੀਰ ਹੋ ਜਾਓ ਕਿ ਤੁਸੀਂ ਆਪਣੀ ਗੱਲ ਵਰਲਡ ਪੋਲਿਟਿਕਸ ਵਿੱਚ ਰੱਖੋ, ਆਪਣੀ ਗੱਲ ਯੂਐਨਓ ਦੇ ਵਿੱਚ ਜਾ ਕੇ ਰੱਖੋ। ਕਿਉਂ ਨਾ ਤੁਹਾਡੀਆਂ ਮੰਗਾਂ ਪੂਰੀਆਂ ਹੋਣਗੀਆਂ, ਸਾਡੇ 'ਚ ਘਾਟ ਹੈ ਯਾਰ। ਅਸੀਂ ਬੇਵਕੂਫ ਆ, ਅਸੀਂ ਲੋਕਾਂ ਦੀਆਂ ਗੱਲਾਂ ਪਿੱਛੇ ਲੱਗਦੇ ਹਾਂ। ਅਨੰਦਪੁਰ ਸਾਹਿਬ ਦੇ ਜੇ ਮਤੇ ਪੜ੍ਹੀਏ ਤਾਂ ਸਾਫ਼ ਤੌਰ ਤੇ ਜ਼ਾਹਿਰ ਹੁੰਦਾ ਕਿ ਇਹ ਮੰਗਾਂ ਯਾਰ ਸਾਂਝੀਆਂ ਸੀ, ਇਹ ਸਾਂਝੇ ਪੰਜਾਬ ਦੀਆਂ ਸੀ। 18ਵਾਂ ਮਤਾ ਮੈਂ ਤੁਹਾਨੂੰ ਮਾੜਾ ਜਿਹਾ ਦੱਸਦਾ, ਉਹਦੇ 'ਚ ਇੱਕ ਗੱਲ ਸੀ ਕਿ ਕਿਸੇ ਵੀ ਔਰਤ ਦਾ ਕੋਈ ਵੀ ਜ਼ੁਲਮ ਹੋਵੇ ਉਹਨੂੰ ਥਾਣੇ 'ਚ ਨਹੀਂ ਰੱਖਿਆ ਜਾ ਸਕਦਾ। ਦੱਸੋ ਤੁਹਾਨੂੰ ਲੱਗਦਾ ਕਿ ਇਹ ਮੰਗ ਸਿੱਖਾਂ ਦੀ ਹੈ ਜਾਂ ਤੁਹਾਨੂੰ ਲੱਗਦਾ ਕਿ ਇਹ ਮੰਗ ਹਿੰਦੂਆਂ ਦੀ ਹੈ? ਇਹ ਸਾਂਝੀ ਮੰਗ ਸੀ। ਔਰਤਾਂ ਕੱਲਾਂ ਸਿੱਖਾਂ ਦੀਆਂ ਹੀ ਹੈ ਜਾਂ ਔਰਤਾਂ ਕੱਲੇ ਹਿੰਦੂਆਂ ਦੀਆਂ ਹੀ ਨੇ? ਸਾਰਿਆਂ ਦੀਆਂ ਨੇ। ਸੋ ਇਸ ਕਰਕੇ ਸਾਂਝੇ ਹੋਣਾ ਸਿੱਖੋ। ਇਹ ਨਾ ਦੇਖੋ ਕਿ ਯਾਰ, ਕਿਉਂਕਿ ਮੈਂ ਮਹਿਸੂਸ ਕੀਤਾ ਬੀਇੰਗ ਅ ਸਿੱਖ, ਮੈਂ ਜਦੋਂ ਬੰਬੇ ਜਾਂ ਦਿੱਲੀ ਜਾਣਾ ਮੈਂ ਵਿਤਕਰਾ ਮਹਿਸੂਸ ਕੀਤਾ। ਮੈਨੂੰ ਐਂ ਲੱਗਦਾ ਕਿ ਮੇਰੀ ਪੱਗ ਤੋਂ ਜਾਂ ਮੇਰੀ ਦਾੜੀ ਤੋਂ ਲੋਕੀ ਖੌਫਜ਼ਦਾ ਹੁੰਦੇ ਨੇ, ਡਰਦੇ ਨੇ। ਕਿਉਂ ਡਰਦੇ ਨੇ? ਕਿਉਂ ਇਦਾਂ ਲੱਗਦਾ ਕਿ ਮੇਰੇ ਸਿਰ ਤੇ ਪੱਗ ਹੈ ਤੇ ਮੈਂ ਵੱਖਰਾ, ਮੈਂ ਔਡ ਆ, ਆਈ ਡਜ਼ਨਟ ਫਿਟ ਇਨ ਬਿਟਵੀਨ them? ਕਿਉਂ ਲੱਗਦਾ ਇਦਾਂ? ਮੈਨੂੰ ਤੁਹਾਡੀ ਟੋਪੀ ਤੋਂ ਇਤਰਾਜ਼ ਨਹੀਂ, ਮੈਨੂੰ ਤੁਹਾਡੀ ਬੋਦੀ ਤੋਂ ਇਤਰਾਜ਼ ਨਹੀਂ, ਤੁਹਾਨੂੰ ਮੇਰੀ ਪੱਗ ਤੋਂ ਕੀ ਇਤਰਾਜ਼ ਹੈ? ਇਹ ਮੈਂ ਆਪਣੇ ਲਈ ਬੰਨੀ ਹੈ, ਮੈਂ ਆਪਣੀ ਖੁਸ਼ਦਿਲੀ ਲਈ ਬੰਨੀ ਹੈ, ਮੈਂ ਮਾਣ ਮਹਿਸੂਸ ਕਰਦਾ ਹਾਂ ਪੱਗ ਬੰਨ ਕੇ। ਪਰ ਉਹ ਜਿਹੜਾ ਵਿਤਕਰਾ ਸੋ ਕਾਲਡ ਸਾਡੀ ਸੋਚ ਦੇ ਵਿੱਚ ਪਾ ਦਿੱਤਾ। ਤੁਸੀਂ ਸਾਰੇ ਹੀ ਪੜ੍ਹੇ ਲਿਖੇ ਹੋ, ਸਕੂਲਾਂ ਕਾਲਜਾਂ 'ਚ ਪੜ੍ਹੇ ਆ, ਤੁਹਾਡੇ ਸਿੱਖ ਫਰੈਂਡਸ ਵੀ ਹੋਣਗੇ, ਤੁਹਾਡੇ ਮੁਸਲਿਮ ਫਰੈਂਡਸ ਵੀ ਹੋਣਗੇ, ਪਰ ਜਦੋਂ ਕਮਿਊਨਿਟੀ ਦਾ ਮਸਲਾ ਉੱਠਦਾ ਤੇ ਸੋਸ਼ਲ ਮੀਡੀਆ ਤੇ ਸਾਰੇ ਹੀ ਪਾਉਣ ਲੱਗ ਜਾਂਦੇ ਨੇ ਕਿ ਆ ਹਿੰਦੂ ਵਿਰੋਧੀ ਹੈ, ਆ ਸਿੱਖ ਵਿਰੋਧੀ ਹੈ। ਅਸੀਂ ਟੈਗ ਲਾਉਣੇ ਸ਼ੁਰੂ ਕਰ ਦਿੰਦੇ ਹਾਂ। ਕਿਹੜੀ ਕਮਿਊਨਿਟੀ 'ਚ ਮਾੜੇ ਬੰਦੇ ਨਹੀਂ ਹੁੰਦੇ ਯਾਰ? ਸਾਰਿਆਂ 'ਚ ਹੁੰਦੇ। ਸੋ ਇਸ ਗੱਲ ਨੂੰ ਸਮਝੋ, ਜਿੰਨਾ ਚਿਰ ਤੱਕ ਅਸੀਂ ਇਕੱਠੇ ਨਹੀਂ ਹੁੰਦੇ ਇਹ ਮੰਗਾਂ ਨਹੀਂ ਕਬੂਲ ਹੋਣੀਆਂ। ਇਕੱਠੇ ਹੋਣਾ ਸਿੱਖੋ, ਬਹਿ ਕੇ ਵਿਚਾਰ ਕਰਨੇ ਸਿੱਖੋ। ਟੇਬਲ ਕਾਨਫਰੰਸਿਸ ਦਾ ਮਸਲਾ ਜਿਹੜਾ ਨਾ ਉਹਨੂੰ ਦਿਮਾਗ 'ਚ ਪਾਉਣਾ ਸਿੱਖੋ ਕਿ ਕਿੱਦਾਂ ਇੱਕ ਸਾਂਝੇ ਟੇਬਲ ਤੇ ਬਹਿ ਕੇ ਗੱਲ ਜਿਹੜੀ ਆ ਉਹ ਸਮਝੀ ਜਾ ਸਕਦੀ ਹੈ, ਸਮਝਾਈ ਜਾ ਸਕਦੀ ਹੈ। ਆਪਣੀ ਕਹਿਣ ਤੋਂ ਪਹਿਲਾਂ ਸੁਣਨੀ ਸਿੱਖੋ। ਹੁਣ ਇੱਥੇ ਥੋੜੀ ਦੇਰ ਪਹਿਲਾਂ ਇੱਕ ਮੀਡੀਆ ਦੇ ਵੀਰ ਜੀ ਸੀਗੇ, ਉਹ ਗੁੱਸਾ ਕਰਕੇ ਕਿ ਤੁਸੀਂ ਮੀਡੀਆ ਤੇ ਉਂਗਲ ਕਿਵੇਂ ਚੁੱਕੀ ਹੈ। ਯਾਰ ਉਂਗਲ ਕਿਤੇ ਤੇ ਨਹੀਂ ਚੁੱਕੀ ਜਾਂਦੀ। ਇਹ ਤਾਂ ਇਹੋ ਜਿਹੀ ਗੱਲ ਨਹੀਂ, ਹਰ ਕਮਿਊਨਿਟੀ ਦੇ ਵਿੱਚ ਕੋਈ ਨਾ ਕੋਈ ਮਾੜਾ ਬੰਦਾ ਤਾਂ ਹੁੰਦਾ ਹੀ ਹੈ। ਜੇ ਤੁਹਾਡੇ 'ਚ ਵੀ 4 ਮਾੜੇ ਹੈਗੇ ਤੇ ਗੁੱਸਾ ਕਰਨ ਵਾਲੀ ਗੱਲ ਹੈ ਨਹੀਂ ਨਾ? ਬਾਕੀ ਸਾਰੇ ਵੀ ਤਾਂ ਸੀਗੇ, ਉਹਨਾਂ ਭਾਈ ਸਾਹਿਬ ਨੂੰ ਜ਼ਿਆਦੀਆਂ ਮਿਰਚਾਂ ਲੱਗੀਆਂ। ਸੋ ਸਹਿਣ ਸ਼ਕਤੀ ਆਪਣੀ ਵਧਾਓ, ਆਪਣੇ ਅੰਦਰ ਇੰਨੀ ਕੁ ਦ੍ਰਿੜਤਾ ਲੈ ਕੇ ਆਓ ਕਿ ਨਿੱਕੀਆਂ ਗੱਲਾਂ ਤੁਹਾਨੂੰ ਹਿਲਾ ਨਾ ਸਕਣ। ਇਕੱਠੇ ਹੋ ਕੇ ਚੱਲਣ ਦੀ ਆਦਤ ਪਾਓ। ਆਪਣੇ ਆਪ ਨੂੰ ਇੰਨਾ ਕੁ ਸਮਝਾ ਕੇ ਰੱਖੋ ਕਿ ਉਹ ਵਿਤਕਰਾ ਪਾਉਣਾ ਚਾਹੁੰਦੇ ਨੇ ਪਰ ਤੁਸੀਂ ਪੈਣ ਨਹੀਂ ਦੇਣਾ। ਅਖੀਰ ਤੇ ਮੈਂ ਲੱਖੇ ਭਾਜੀ ਹੁਣੀ ਬੈਠੇ ਨੇ, ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਗਾਣਾ ਜ਼ਰੂਰ ਸੁਣਨਾ ਹੈ ਤੁਹਾਡੇ ਕੋਲੋਂ, ਉਹ ਮੈਂ ਤੁਹਾਨੂੰ ਸੁਣਾ ਕੇ ਜਾਊਂਗਾ। ਪਰ ਉਸ ਗਾਣੇ ਦਾ ਪਹਿਲਾਂ ਹੀ ਮੈਂ ਸਾਰ ਭਾਵ ਦੱਸ ਦੇਵਾਂ ਕਿ ਬੰਦੂਕਾਂ ਬੀਜਣ ਦਾ ਮਤਲਬ ਵਿਚਾਰ ਬੀਜਣਾ ਹੈ। ਇੱਥੇ ਬੰਦੂਕ ਕਿੰਨੇ ਬੀਜੀ ਸੀ? ਭਗਤ ਸਿੰਘ ਨੇ। ਤੇ ਪਿਸਟਲ ਨੂੰ ਹੱਥ ਕਦੋਂ ਪਾਇਆ ਸੀ? ਅਖੀਰ ਤੇ ਜਾ ਕੇ। ਪਹਿਲਾਂ ਉਸ ਸੰਘਰਸ਼ ਚੋਂ ਲੰਘ ਲਿਓ, ਫਿਰ ਬੰਦੂਕ ਬੀਜਿਓ। ਉਹ ਸੰਘਰਸ਼ ਦੇਖ ਲਿਓ, ਪਹਿਲਾਂ ਭਗਤ ਸਿੰਘ ਦਾ ਸੰਘਰਸ਼ ਕੀ ਸੀ, ਜਾਂ ਊਧਮ ਸਿੰਘ ਨੇ 32 ਸਾਲ ਕਿੱਦਾਂ ਵੇਟ ਕੀਤੀ ਸੀ ਲੰਡਨ ਪਹੁੰਚਣ ਲਈ, ਕੀ ਮਿਹਨਤ ਕੀਤੀ ਸੀ ਉਹਨੇ। ਜਾਂ ਗਦਰੀ ਬਾਬਿਆਂ ਦਾ ਇਤਿਹਾਸ ਇੱਕ ਵਾਰੀ ਪੜ੍ਹ ਲਿਓ, ਤੁਹਾਨੂੰ ਲੱਗਦਾ ਨਾ ਵੀ ਉਹ ਖਾੜਕੂ ਸੀ। ਸਬਰ ਦੇਖਿਓ, ਸੰਤੋਖ ਦੇਖਿਓ। ਯਾਰ ਬੋਤਾ ਸਿੰਘ, ਗਰਜਾ ਸਿੰਘ 2 ਜਾਣੇ ਸੀ, ਤੁਸੀਂ ਦੇਖੋ ਕਿੰਨੇ ਹੋ। ਫਿਰ ਵੀ ਸਾਡੇ 'ਚ ਉਹਨਾਂ ਵਰਗਾ ਵਿਸ਼ਵਾਸ ਹੈ ਨਹੀਂ, ਫਿਰ ਵੀ ਅਸੀਂ ਡਰਦੇ ਹਾਂ। ਕਿਉਂ ਡਰਦੇ ਹਾਂ? ਸਿਸਟਮ ਨੇ ਡਰਾ ਕੇ ਰੱਖਿਆ ਹੋਇਆ, ਮਨ 'ਚ ਡਰ ਬਿਠਾ ਦਿੱਤਾ ਤੁਹਾਡੇ। ਸਾਨੂੰ ਲੱਗਦਾ ਕਿ ਨਹੀਂ ਯਾਰ ਉੱਥੇ ਡਾਂਗਾ ਪੈਣੀਆਂ, ਘਰੋਂ ਨਿਕਲਣ ਲੱਗਿਆ ਘਰ ਦੇ ਕਹਿੰਦੇ ਉਹ ਤੂੰ ਕੁਛ ਉੱਥੇ ਇਦਾਂ ਦਾ ਨਾ ਬੋਲੀ, ਉਦਾਂ ਦਾ ਨਾ ਬੋਲੀ, ਡਾਂਗਾ ਪੈ ਜਾਣਗੀਆਂ। ਕਿਉਂ? ਸਾਡੇ ਜ਼ਮੀਰ ਇੰਨੇ ਕੱਚੇ ਆ ਵੀ 2 ਡਾਂਗਾ ਨਾ ਟੁੱਟ ਜਾਣਗੇ ਯਾਰ। ਜੇ ਇਹ ਜੇ ਤੇ ਫਿਰ ਅਸੀਂ ਰੋਜ਼ ਦੀ ਮੌਤ ਮਰ ਰਹੇ ਹਾਂ, ਉਸ ਮੌਤ ਨਾਲੋਂ ਇੱਕ ਵਾਰੀ ਮਰਨਾ ਮੈਨੂੰ ਜ਼ਿਆਦਾ ਕਬੂਲ ਹੈ। ਮੈਂ ਇੱਥੇ ਹੁਣ ਉਹ ਗੀਤ ਤੁਹਾਡੇ ਰੂਬਰੂ ਕਰਦਾ। ਬਹੁਤ ਹੰਡਾਲੀ ਪੀੜ ਤੇਰੇ, ਓਏ ਬਹੁਤ ਹੰਡਾਲੀ ਪੀੜ ਤੇਰੇ, ਮਤ ਰਹੇ ਸਲੂਕਾਂ ਦੀ, ਬੀਜਣ ਤੇ ਮਜਬੂਰ ਕਰੀ ਨਾ ਫਸਲ ਬੰਦੂਕਾਂ ਦੀ। ਉਹ ਬੀਜਣ ਤੇ ਮਜਬੂਰ ਕਰੀ ਨਾ ਫਸਲ ਬੰਦੂਕਾਂ ਦੀ। ਬਹੁਤ ਹੰਡਾਲੀ ਪੀੜ ਤੇਰੇ, ਮਤ ਰਹੇ ਸਲੂਕਾਂ ਦੀ, ਬੀਜਣ ਤੇ ਮਜਬੂਰ ਕਰੀ ਨਾ ਫਸਲ ਬੰਦੂਕਾਂ ਦੀ। ਬੀਜਣ ਤੇ ਮਜਬੂਰ ਕਰੀ ਨਾ ਫਸਲ ਬੰਦੂਕਾਂ ਦੀ। ਹੱਕਾਂ ਵਿੱਚੋਂ ਜੰਗ ਨਾ ਉੱਠ ਪਏ,
इन्हां मंगां विचों जंग ना उठ पे ओए हक हकूकां दी बीजण ते मजबूर करी ना फसल बंदूकां दी बीजण ते मजबूर करी ना फसल बंदूकां दी। सो अखीर ते मैं फिर यही सम अप करदा परमपाल वीर जी की बेनती है कि एक गीत होर मिट्टी दे पुत्र होवे। हक्कां दी जंग है वीरो सबरां नाल लड़नी पैनी हक्कां दी जंग है वीरो सबरां नाल लड़नी पैनी चली जो चाल समय ने अकलां नाल फड़नी पैनी समझां नाल मिथों निशाने गल्लां दे विच ना आओ मिट्टी दे पुत्रो वे अकलां नूं तार लगाओ मिट्टी दे पुत्रो वे अकलां नूं तार लगाओ मिट्टी दे पुत्रो वे मैलां दी अख जी दे ते फिकरां उस बाग दियां ने मैलां दी अख जी दे ते फिकरां उस बाग दियां ने जाति जा धर्म दियां नहीं मंगा पंजाब दियां ने जाति जा धर्म दियां नहीं मंगा पंजाब दियां ने पाउंदे ने ओ वखरे में एक हो के तुसी दिखाओ मिट्टी दे पुत्रो वे अकलां नूं तार लगाओ मिट्टी दे पुत्रो वे अकलां नूं तार लगाओ मिट्टी दे पुत्रो वे। सो बेनती अखीर ते फिर यही खास करके नौजवान वर्ग नूं अपनी गल नूं समझना उस तो बाद रखना सीखो अपने हक समझने सीखो कित्थे गल करनी है किवें करनी है क्योंकि जे तुसी कलम दा जवाब पत्थर ना दोगे तो तुहानू टैररिस्ट कहणगे कलम दा जवाब कलम नाल देना सीखो जिदन इट आओगी उदन पत्थर नाल भी दवांगे पर अजे पत्थर दा टाइम नहीं आया अजे बंदूकां दा टाइम नहीं आया अजे टाइम अकलां दा आ क्योंकि बंदूकां नाल आपां पहला भी संताप हंडा चुके हैं अजे अजे साडी जवानी नूं इस चीज की लोड़ नहीं अजे तुहानू तुहाडी एग्जिस्टेंस नूं साबित करन दी लोड़ है कि यस वी एग्जिस्ट एंड साडियां भी लोड़ां थोड़ा हैगियां ने यस साडे हक इत्थे इत्थे मरे ने असीं लैणे जाणदे हां सो उन्हां हक्कां वास्ते जिहड़ी सबर दी जंग है सबर नाल ही नेपरे चढ़नी है सो बहुत शाबाशी तुहानू जेड़े पहुंचे आ इत्थे जेड़े नहीं पहुंचे उन्हां नूं प्रेरित करो अजे भी सुत्ते आ विचारे है तां साडे चों ही सुत्ते ने विचारे जगाओ उन्हां नूं तुहानू बेनती है सारिआं नूं अपने अपने लैवल ते ग्राउंड लैवल ते तुसीं साडे नालों ज़्यादा लोकां नूं मिलदे हो दिन दे विच जिन्ना हो सकदा उन्हां नूं समझाउण दी कोशिश करो कि इह मंग जिहड़ी है ये सिर्फ एक जाति दी एक फिरके दी नहीं ये साडी सारिआं दी सांझी है सो एक बारी मेरे नाल नारा बुलंद करो किसान मजदूर संघर्ष एकता जिंदाबाद जिंदाबाद ठीक है जी वाहिगुरू जी का खालसा वाहिगुरू जी की पंजाबी सिनेमा ते संगीत जगत दी होर लेटेस्ट अपडेट्स ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ।